ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਐਸਾ ਇਨਸਾਨ ਹੈ ਜੋ ਪਹਿਲੇ ਤੁਹਾਨੂੰ ਜ਼ਮੀਨ ਤੋਂ ਚੁੱਕ ਕੇ ਅਸਮਾਨ ਦੇ ਉੱਤੇ ਬਿਠਾਉਂਦਾ ਹੈ, ਫਿਰ ਅਚਾਨਕ ਅਸਮਾਨ ਤੋਂ ਚੁੱਕ ਕੇ ਜ਼ਮੀਨ ਦੇ ਉੱਤੇ ਇਸ ਤਰ੍ਹਾਂ ਸੁੱਟਦਾ ਹੈ ਕਿ ਤੁਸੀਂ ਆਪਣੀਆਂ ਨਜ਼ਰਾਂ ਵਿੱਚ ਗੁਨਾਹਗਾਰ ਬਣ ਜਾਂਦੇ ਹੋ? ਕੀ ਤੁਸੀਂ ਕਿਸੇ ਐਸੇ ਸ਼ਖਸ ਨੂੰ ਜਾਣਦੇ ਹੋ ਕਿ ਮਾਮਲਾ ਕੋਈ ਵੀ ਹੋਵੇ, ਗਲਤੀ ਸਿਰਫ ਤੁਹਾਡੀ ਹੈ ਔਰ ਬਿਲਕੁਲ ਠੀਕ ਔਰ ਗਲਤੀਆਂ ਤੋਂ ਪਾ ਕੇ? ਅਗਰ ਐਸਾ ਹੈ ਤੇ ਹੋਸ਼ਿਆਰ ਹੋ ਜਾਓ, ਕਿਉਂਕਿ ਤੁਸੀਂ ਕਿਸੇ ਆਮ ਇਨਸਾਨ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਰਹੇ, ਬਲਕਿ ਇੱਕ ਨਾਰਸਿਸਿਸਟ, ਸ਼ਦੀਦ ਜ਼ਿਹਨੀ ਮਰੀਜ਼ ਦੇ ਨਾਲ ਜ਼ਿੰਦਗੀ ਗੁਜ਼ਾਰ ਰਹੇ ਹੋ ਜੋ ਇੰਤਹਾਈ ਖੁਦ ਪਸੰਦੀ ਦਾ ਸ਼ਿਕਾਰ ਹੈ। ਇਹ ਸਾਡੇ ਮੁਆਸ਼ਰੇ ਦੇ ਐਸੇ ਖਾਮੋਸ਼ ਕਾਤਿਲ ਨੇ ਜੋ ਬਗੈਰ ਕਿਸੇ ਹਥਿਆਰ ਤੋਂ ਤੁਹਾਡੀਆਂ ਖੁਸ਼ੀਆਂ ਔਰ ਖੁਦ ਇਤਮਾਦੀ ਦਾ ਕਤਲ ਕਰਦੇ ਨੇ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਨਾਰਸਿਸਿਸਟ ਲੋਕਾਂ ਦੇ ਚਿਹਰਿਆਂ ਉੱਤੋਂ ਨਕਾਬ ਹਟਾਵਾਂਗੇ ਤਾਂ ਕਿ ਤੁਸੀਂ ਆਪਣੇ ਆਲ ਦੁਆਲੇ ਦੇ ਨਾਰਸਿਸਿਸਟ ਨੂੰ ਪਹਿਚਾਨ ਸਕੋ ਔਰ ਆਪਣੀ ਜ਼ਿੰਦਗੀ ਨੂੰ ਜਹੰਨਮ ਹੋਣ ਤੋਂ ਬਚਾ ਸਕੋ। ਹਾਂ, ਸਾਰੀ ਵੀਡੀਓ ਵੇਖਣ ਤੋਂ ਬਾਅਦ ਅਗਰ ਕੋਈ ਇੱਕ ਨਿਸ਼ਾਨੀ ਵੀ ਤੁਹਾਡੇ ਆਪਣੇ ਅੰਦਰ ਪਾਈ ਜਾਂਦੀ ਹੈ ਤੇ ਆਪਣੀ ਜ਼ਾਤ ਦਾ ਮੁਹਾਸਬਾ ਜ਼ਰੂਰ ਕਰਨਾ ਤਾਂ ਕਿ ਸਾਡੀ ਵਜ੍ਹਾ ਤੋਂ ਕਿਸੇ ਹੋਰ ਦੀ ਜ਼ਿੰਦਗੀ ਅਜ਼ਾਬ ਨਾ ਬਣੇ। अस्सलाम वालेकुम मेरे देशवासियों, मैं फौजिया इसहाक और तुसी वेख रहे हो विरासत बाय फौजिया इसहाक। नार्सिसिज्म सिर्फ एक लफ्ज नहीं है बल्कि एक ऐसी जोक है जो इंसान दे सुकून नू चूस लैंदी है। ਨਾਰਸਿਸਿਸਟ ਲੋਕ ਕਿਸੇ ਵੀ ਜਗ੍ਹਾ ਪਾਏ ਜਾ ਸਕਦੇ ਨੇ। ਤੁਹਾਡੇ ਘਰ ਦੇ ਵਿੱਚ ਤੁਹਾਡਾ ਸ਼ੋਹਰ, ਤੁਹਾਡੇ ਭੈਣ ਭਰਾ, ਤੁਹਾਡਾ ਉਸਤਾਦ ਜਾਂ ਉਹ ਬਜ਼ਾਹਿਰ ਨਜ਼ਰ ਆਉਣ ਵਾਲਾ ਦੋਸਤ ਜੋ ਅੰਦਰ ਹੀ ਅੰਦਰ ਤੁਹਾਡੇ ਤੋਂ ਹਸਦ ਜਾਂ ਨਫ਼ਰਤ ਕਰਦਾ ਹੈ। ਅੱਜ ਇਹਨਾਂ ਦੀਆਂ 5 ਨਿਸ਼ਾਨੀਆਂ ਬਾਰੇ ਗੱਲ ਕਰਾਂਗੇ ਤਾਂ ਕਿ ਤੁਸੀਂ ਆਪਣੇ ਇਰਦ ਗਿਰਦ ਪਾਏ ਜਾਣ ਵਾਲੇ ਕਿਸੇ ਵੀ ਨਾਰਸਿਸਿਸਟ ਨੂੰ ਪਹਿਚਾਨ ਸਕੋ ਔਰ ਉਹਦੇ ਤੋਂ ਮਿਲਣ ਵਾਲੀ ਅਜ਼ੀਅਤ ਨੂੰ ਜਾਂ ਤੇ ਬਰਦਾਸ਼ਤ ਕਰ ਸਕੋ ਜਾਂ ਉਹਦੇ ਤੋਂ ਦੂਰ ਹੋਣ ਦਾ ਕੋਈ ਨਾ ਕੋਈ ਤਰੀਕਾ ਤਲਾਸ਼ ਕਰ ਸਕੋ। ਨਾਰਸਿਸਿਸਟ ਲੋਕਾਂ ਦੀ ਜੋ ਸਭ ਤੋਂ ਪਹਿਲੀ ਨਿਸ਼ਾਨੀ ਹੈ ਉਹ ਹੈ ਲਵ ਬੌਂਬਿੰਗ ਕਰਨਾ, ਯਾਨੀ ਹੱਦ ਤੋਂ ਜ਼ਿਆਦਾ ਮੁਹੱਬਤ। ਜਦੋਂ ਤੁਸੀਂ ਕਿਸੇ ਨਾਰਸਿਸਿਸਟ ਦੇ ਨਾਲ ਮਿਲੋਗੇ ਤੇ ਇਹ ਤੁਹਾਨੂੰ ਬੇਇੰਤਹਾ ਪਿਆਰ ਕਰੇਗਾ, ਯਾਨੀ ਇਹ ਤੁਹਾਨੂੰ ਤੋਹਫੇ ਦੇਣਗੇ, ਤੁਹਾਨੂੰ ਖਾਸ ਮਹਿਸੂਸ ਕਰਵਾਉਣਗੇ, ਤੁਹਾਡੀ ਤਕਲੀਫ ਨੂੰ ਤੁਹਾਡੇ ਤੋਂ ਜ਼ਿਆਦਾ ਸਮਝਣ ਦੀ ਐਕਟਿੰਗ ਕਰਨਗੇ, ਤੁਹਾਨੂੰ ਇਸ ਹੱਦ ਤੱਕ ਸਪੈਸ਼ਲ ਮਹਿਸੂਸ ਕਰਵਾਉਣਗੇ ਕਿ ਤੁਹਾਨੂੰ ਅਹਿਸਾਸ ਹੋਏਗਾ ਕਿ ਤੁਸੀਂ ਇਸ ਦੁਨੀਆ ਦੇ ਸਭ ਤੋਂ ਅਹਿਮ ਇਨਸਾਨ ਹੋ। ਲੇਕਿਨ ਯਾਦ ਰੱਖੋ, ਇਹ ਸੱਚ ਨਹੀਂ ਹੈ ਬਲਕਿ ਸਿਰਫ ਔਰ ਸਿਰਫ ਤੁਹਾਨੂੰ ਉਲਝਾਉਣ ਔਰ ਆਪਣੇ ਜਾਲ ਵਿੱਚ ਫਸਾਉਣ ਦਾ ਇੱਕ ਤਰੀਕਾ ਹੈ। ਨੰਬਰ 2, ਗੈਸ ਲਾਈਟਿੰਗ, ਯਾਨੀ ਗਲਤੀ ਆਪ ਕਰਨਾ ਔਰ ਗੁਨਾਹਗਾਰ ਤੁਹਾਨੂੰ ਸਾਬਿਤ ਕਰਨਾ। ਨਾਰਸਿਸਿਸਟ ਲੋਕਾਂ ਦੀ ਸਭ ਤੋਂ ਵੱਡੀ ਨਿਸ਼ਾਨੀ ਔਰ ਖਤਰਨਾਕ ਨਿਸ਼ਾਨੀ ਇਹ ਵੇ ਕਿ ਉਹ ਗਲਤੀ ਕਰਦੇ ਨੇ, ਤੁਹਾਨੂੰ ਧੋਖਾ ਦਿੰਦੇ ਨੇ, ਲੇਕਿਨ ਜਦੋਂ ਉਹਨਾਂ ਦਾ ਧੋਖਾ ਫੜਿਆ ਜਾਂਦਾ ਹੈ ਤੇ ਫੌਰਨ ਉਹ ਗੱਲ ਨੂੰ ਇਸ ਤਰ੍ਹਾਂ ਘੁਮਾਉਣਗੇ ਕਿ ਤੁਹਾਨੂੰ ਆਪਣੇ ਹਾਫਜ਼ੇ ਔਰ ਸੱਚਾਈ ਦੇ ਉੱਤੇ ਸ਼ੱਕ ਹੋਣਾ ਸ਼ੁਰੂ ਹੋ ਜਾਏਗਾ ਔਰ ਬਹਿਸੋ ਮੁਬਾਹਸੇ ਦੇ ਵਿੱਚ ਉਹ ਇੰਨੇ ਦਲਾਇਲ, ਇੰਨੇ ਵੈਲਿਡ ਦਲਾਇਲ ਪੇਸ਼ ਕਰਨਗੇ ਕਿ ਤੁਹਾਨੂੰ ਅਹਿਸਾਸ ਹੋਏਗਾ ਕਿ ਹਾਂ, ਗਲਤੀ ਵੀ ਤੁਹਾਡੀ ਹੈ ਔਰ ਧੋਖਾ ਵੀ ਤੁਸੀਂ ਹੀ ਦਿੱਤਾ ਹੈ। ਨਾਰਸਿਸਿਸਟ ਦੀ ਤੀਸਰੀ ਵੱਡੀ ਨਿਸ਼ਾਨੀ ਹੈ ਲੈਕ ਆਫ ਐਮਪੈਥੀ, ਯਾਨੀ ਇਹ ਹਮਦਰਦ ਤੇ ਬਿਲਕੁਲ ਨਹੀਂ ਹੁੰਦੇ। ਜਦੋਂ ਤੁਸੀਂ ਆਪਣੀ ਕਿਸੇ ਵੀ ਤਕਲੀਫ ਜਾਂ ਪਰੇਸ਼ਾਨੀ ਦਾ ਇਜ਼ਹਾਰ ਕਰੋਗੇ ਇਹਨਾਂ ਦੇ ਸਾਹਮਣੇ ਤੇ ਉਸ ਪਰੇਸ਼ਾਨੀ ਨੂੰ ਸਮਝਣ ਦੀ ਸਲਾਹੀਅਤ ਸਿਫਰ ਹੈ ਇਹਨਾਂ ਲੋਕਾਂ ਦੇ ਵਿੱਚ। ਹਾਂ, ਇਹ ਤੁਹਾਡੀ ਗੱਲ ਨੂੰ ਬਹੁਤ ਗੌਰ ਦੇ ਨਾਲ ਸੁਣਨਗੇ, ਇਹਨਾਂ ਨੂੰ ਕੋਈ ਫਰਕ ਨਹੀਂ ਪਏਗਾ, ਲੇਕਿਨ ਆਪਣੇ ਅੰਦਰ ਹੀ ਅੰਦਰ ਇੱਕ ਖਾਸ ਤਰ੍ਹਾਂ ਦੀ ਅਨਾ ਔਰ ਖੁਸ਼ੀ ਨੂੰ ਮਹਿਸੂਸ ਕਰਨਗੇ। ਆਪਣੇ ਆਪ ਨੂੰ ਕੋਈ ਦੇਵਤਾ ਜਾਂ ਗੋਡ ਫਾਦਰ ਸਮਝਣਗੇ ਕਿ ਲੋਕ ਮੇਰੇ ਕੋਲ ਆਉਂਦੇ ਨੇ, ਆਪਣੇ ਦੁੱਖ ਦਾ ਇਜ਼ਹਾਰ ਕਰਦੇ ਨੇ ਔਰ ਮੇਰੇ ਕੋਲ ਇੰਨੀ ਤਾਕਤ ਹੈ ਕਿ ਮੈਂ ਲੋਕਾਂ ਦੇ ਗਮਾਂ ਨੂੰ ਦੂਰ ਕਰ ਸਕਣਾ ਵਾਂ। ਲੇਕਿਨ ਯਾਦ ਰੱਖੋ ਕਿ ਇਹ ਸਿਰਫ ਇੱਕ ਜ਼ਿਹਨੀ ਮਰਜ਼ ਹੈ। ਇਹ ਲੋਕ ਕਿਸੇ ਦੇ ਗਮ ਨੂੰ ਦੂਰ ਨਹੀਂ ਕਰਦੇ ਬਲਕਿ ਦੂਸਰਿਆਂ ਦੇ ਗਮ ਔਰ ਤਕਲੀਫ ਤੋਂ ਲਜ਼ਤ ਔਰ ਖੁਸ਼ੀ ਮਹਿਸੂਸ ਕਰਦੇ ਨੇ। ਨਾਰਸਿਸਿਸਟ ਦੀ ਚੌਥੀ ਵੱਡੀ ਨਿਸ਼ਾਨੀ ਹੈ ਵਿਕਟਮ ਕਾਰਡ ਖੇਲਣਾ। ਐਸੇ ਲੋਕ ਹਮੇਸ਼ਾ ਮਜ਼ਲੂਮੀਅਤ ਦਾ ਲਿਬਾਦਾ ਪਾ ਕੇ ਫਿਰਦੇ ਨੇ। ਜਦੋਂ ਵੀ ਇਹਨਾਂ ਦੀ ਕਿਸੇ ਦੇ ਨਾਲ ਲੜਾਈ ਹੋ ਜਾਏ ਤੇ ਇਹ ਦੱਸਣਗੇ ਕਿ ਮੈਂ ਇੰਤਹਾਈ ਮਜ਼ਲੂਮ ਹਾਂ, ਲੇਕਿਨ ਦੂਸਰੇ ਲੋਕਾਂ ਨੇ ਮੇਰੇ ਨਾਲ ਜ਼ੁਲਮ ਕੀਤਾ। ਇਹ ਆਪਣੀ ਕਹਾਣੀ ਆਪ ਹੀ ਬਣਾਉਂਦੇ ਨੇ, ਉਹਦੇ ਵਿੱਚ ਆਪ ਹੀ ਹੀਰੋ ਬਣਦੇ ਨੇ, ਆਪ ਹੀ ਮਜ਼ਲੂਮ ਬਣਦੇ ਨੇ ਔਰ ਆਪ ਹੀ ਪੂਰੀ ਦੁਨੀਆ ਨੂੰ ਜ਼ਾਲਿਮ ਔਰ ਜਾਬਰ ਸਾਬਤ ਕਰ ਦਿੰਦੇ ਨੇ, ਲੇਕਿਨ ਗਲਤੀ ਨੂੰ ਕਦੀ ਤਸਲੀਮ ਨਹੀਂ ਕਰਨਗੇ।
ਨਾਰਸਿਸਿਸਟ ਲੋਕਾਂ ਦੀ ਪੰਜਵੀਂ ਔਰ ਵੱਡੀ ਨਿਸ਼ਾਨੀ ਕਾਬਲੇ ਹੋਰ ਹੈ, ਜੋ ਕਿ ਬਹੁਤ ਆਮ ਹੈ ਸਾਡੇ ਮੁਆਸ਼ਰੇ 'ਚ, ਔਰ ਉਹ ਵੀ ਜੈਲਸੀ। ਨਾਰਸਿਸਿਸਟ ਇਨਸਾਨ ਤੁਹਾਡੇ ਨਾਲ ਰਹਿਣਗੇ, ਤੁਹਾਡੇ ਦੋਸਤ ਹੋ ਸਕਦੇ ਨੇ, ਤੁਹਾਡੇ ਉਸਤਾਦ ਹੋ ਸਕਦੇ ਨੇ, ਤੁਹਾਡੇ ਕੋਈ ਭੈਣ ਭਰਾ ਹੋ ਸਕਦੇ ਨੇ, ਔਰ ਬਜ਼ਾਹਰ ਦੱਸਣਗੇ ਕਿ ਉਹ ਤੁਹਾਡੇ ਨਾਲ ਬਹੁਤ ਜ਼ਿਆਦਾ ਮੁਖਲਿਸ ਨੇ। ਲੇਕਿਨ ਯਾਦ ਰੱਖਣਾ, ਤੁਹਾਡੀ ਕੋਈ ਵੀ ਕਾਮਯਾਬੀ ਇਹਨਾਂ ਦੇ ਚਿਹਰੇ ਦਾ ਰੰਗ ਉਡਾ ਦੇਗੀ। ਤੁਸੀਂ ਅੱਛੇ ਲੱਗ ਰਹੇ ਹੋ, ਇਹਨਾਂ ਨੂੰ ਬੁਰਾ ਮਹਿਸੂਸ ਹੋਏਗਾ। ਤੁਹਾਡੀ ਪਰਸਨੈਲਿਟੀ ਦੀ ਤਾਰੀਫ ਹੋ ਰਹੀ ਹੈ, ਅੰਦਰ ਹੀ ਅੰਦਰ ਉਬਾਲੇ ਖਾਣਾ ਸ਼ੁਰੂ ਕਰ ਦੇਣਗੇ। ਲੇਕਿਨ ਨਾਰਸਿਸਿਸਟ ਬੰਦਾ ਕਦੀ ਵੀ ਕਿਸੇ ਨੂੰ ਆਪਣੇ ਤੋਂ ਬਰਤਰ ਜਾਂ ਅੱਛਾ ਨਹੀਂ ਸਮਝਦਾ। ਮੁਖਤਸਰ ਹੈ ਕਿ ਨਾਰਸਿਸਟ ਬੰਦਾ ਕਾਬਲੇ ਰਹਿਮ ਵੀ ਹੈ ਔਰ ਕਾਬਲੇ ਤਰਸ ਵੀ ਹੈ। ਹੁਣ ਗੱਲ ਕਰਨੀ ਆ ਕਿ ਨਾਰਸਿਸਟ ਦੀ ਪਹਿਚਾਨ ਤੇ ਅਸੀਂ ਕਰ ਲਈ, ਪਰ ਇਹਨਾਂ ਲੋਕਾਂ ਦਾ ਇਲਾਜ ਕੀ ਹੈ? ਤੇ ਯਾਦ ਰੱਖਣਾ, ਇਹਨਾਂ ਲੋਕਾਂ ਦਾ ਕੋਈ ਇਲਾਜ ਨਹੀਂ ਹੈ ਸਿਵਾਏ ਨੋ ਕੰਟੈਕਟ। ਇਹਨਾਂ ਦੇ ਨਾਲ ਰਾਬਤੇ ਤੋਂ ਦੂਰ ਹੋ ਜਾਓ ਤਾਂ ਕਿ ਤੁਹਾਡੀ ਜ਼ਿਹਨੀ ਸਿਹਤ ਸਲਾਮਤ ਰਵੇ ਔਰ ਜ਼ਿੰਦਗੀ ਦੇ ਵਿੱਚ ਸਕੂਨ ਬਹਾਲ ਹੋ ਸਕੇ। ਹਾਂ, ਕੁਝ ਰਿਸ਼ਤੇ ਐਸੇ ਜ਼ਰੂਰ ਹੁੰਦੇ ਨੇ ਕਿ ਜਿਨ੍ਹਾਂ ਤੋਂ ਅਸੀਂ ਦੂਰ ਨਹੀਂ ਹੋ ਸਕਦੇ, ਤੇ ਫਿਰ ਆਪਣੇ ਆਪ ਨੂੰ ਮਜ਼ਬੂਤ ਕਰ ਲਵੋ, ਆਪਣੇ ਆਪ ਨੂੰ ਜ਼ਿਹਨੀ ਤੌਰ ਤੇ ਇੰਨਾ ਪੁਖਤਾ ਕਰ ਲਵੋ ਕਿ ਉਹਨਾਂ ਦਾ ਕੋਈ ਵੀ ਰਵੱਈਆ ਤੁਹਾਡੇ ਉੱਤੇ ਅਸਰਅੰਦਾਜ਼ ਨਾ ਹੋਏ। ਆਪਣੇ ਆਪ ਨੂੰ ਜਜ਼ਬਾਤੀ ਤੌਰ ਤੇ ਇੰਨਾ ਵੱਡਾ ਕਰ ਲਵੋ ਕਿ ਨਾਰਸਿਸਿਸਟ ਤੁਹਾਨੂੰ ਤਕਲੀਫ ਪਹੁੰਚਾਉਂਦਾ ਥੱਕ ਜਾਵੇ, ਲੇਕਿਨ ਉਹ ਤੁਹਾਨੂੰ ਜਜ਼ਬਾਤੀ ਤੌਰ ਤੇ ਤਬਾਹ ਨਾ ਕਰ ਸਕੇ। ਯਾਦ ਰੱਖੋ, ਆਪਣੀਆਂ ਖੁਸ਼ੀਆਂ ਕਦੀ ਵੀ ਕਿਸੇ ਦੇ ਹੱਥਾਂ ਵਿੱਚ ਨਹੀਂ ਦੇਣੀਆਂ, ਉਹ ਚਾਹੇ ਕੋਈ ਨਾਰਸਿਸਿਸਟ ਹੈ ਜਾਂ ਕੋਈ ਆਮ ਇਨਸਾਨ ਹੈ। ਤੁਹਾਡੀ ਜ਼ਿੰਦਗੀ ਹੈ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਆਪ ਤਖਲੀਕਕਾਰ ਹੋ। ਸੋ ਆਪਣੇ ਲਈ ਇੱਕ ਐਸੀ ਕਹਾਣੀ ਲਿਖੋ ਜਿਹਦੇ ਵਿੱਚ ਤੁਸੀਂ ਮਜ਼ਬੂਤ ਹੋ, ਕਾਮਯਾਬ ਹੋ ਔਰ ਇਕੱਲੇ ਜ਼ਿੰਦਗੀ ਗੁਜ਼ਾਰਨ ਦਾ ਢੰਗ ਜਾਣਦੇ ਹੋ। ਕੋਈ ਵੀ ਨਾਰਸਿਸਿਸਟ ਤੁਹਾਡੀ ਖੁਸ਼ੀਆਂ ਨੂੰ ਤਬਾਹ ਨਾ ਕਰ ਸਕੇ। ਆਪਣੇ ਆਪ ਨੂੰ ਜ਼ਿਹਨੀ ਤੌਰ ਤੇ ਇੰਨਾ ਮਜ਼ਬੂਤ ਕਰ ਲਵੋ। ਅਗਰ ਤੁਸੀਂ ਕਿਸੇ ਐਸੇ ਨਾਰਸਿਸਿਸਟ ਨੂੰ ਜਾਣਦੇ ਹੋ ਜਿਹਦੇ ਤੋਂ ਤੁਸੀਂ ਜ਼ਿਹਨੀ ਤਕਲੀਫ ਮਹਿਸੂਸ ਕੀਤੀ, ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਕਹਾਣੀ ਲਿਖੋ ਤਾਂ ਕਿ ਦੂਸਰੇ ਲੋਕ ਤੁਹਾਡੀ ਕਹਾਣੀ ਤੋਂ, ਤੁਹਾਡੀ ਗੱਲ ਤੋਂ ਕੋਈ ਨਾ ਕੋਈ ਸਬਕ ਹਾਸਿਲ ਕਰ ਸਕਣ। ਖੁਸ਼ ਰਹੋ, ਆਪਣੀ ਖੁਸ਼ੀਆਂ ਦੀ ਹਿਫਾਜ਼ਤ ਆਪ ਕਰੋ ਔਰ ਨਾਰਸਿਸਿਸਟ ਲੋਕਾਂ ਤੋਂ ਮਹਿਫੂਜ਼ ਰਹੋ। ਹਾਂ, ਅਗਰ ਤੁਹਾਡੇ ਆਪਣੇ ਅੰਦਰ ਇਹਨਾਂ 5 ਨਿਸ਼ਾਨੀਆਂ ਦੇ ਵਿੱਚੋਂ ਕੋਈ ਇੱਕ ਨਿਸ਼ਾਨੀ ਵੀ ਪਾਈ ਜਾਂਦੀ ਹੈ ਤੇ ਆਪਣੀ ਇਸਲਾਹ ਵੀ ਜ਼ਰੂਰੀ ਹੈ ਤਾਂ ਕਿ ਸਾਡੀ ਜ਼ਾਤ ਤੋਂ ਵੀ ਇਸ ਮੁਆਸ਼ਰੇ ਦੀਆਂ ਖੁਸ਼ੀਆਂ ਤਬਾਹ ਨਾ ਹੋਣ। ਖੁਸ਼ ਰਹੋ, ਰੱਬ ਰਾਖਾ।